देखो ABP ਸਾਂਝਾ टाटा स्काई चैनल नंबर 1929 ਤੇ। ਭਾਰਤ ਦੇ ਪਹਿਲੇ CDS ਬਿਪਿਨ ਰਾਵਤ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਰਹੇ ਨੇ, ਪਰ ਉਹ ਤਾਂ ਉਮਰ ਯਾਦ ਰਹਿਣਗੇ ਕਿਉਂਕਿ ਉਹਨਾਂ ਦੇ ਵੱਲੋਂ ਬਹੁਤ ਸਾਰੇ ਅਜਿਹੇ ਕੰਮ ਕੀਤੇ ਗਏ ਨੇ ਜਿਨ੍ਹਾਂ ਨੂੰ ਭੁਲਾਉਣਾ ਸੌਖਾ ਨਹੀਂ ਹੈ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਕਿ ਉਹਨਾਂ ਦਾ ਫੌਜ ਦਾ ਕੈਰੀਅਰ ਕਿਵੇਂ ਰਿਹਾ ਤੇ ਕਿਹੜੇ-ਕਿਹੜੇ ਕੰਮ ਉਹਨਾਂ ਦੇ ਵੱਲੋਂ ਕੀਤੇ ਗਏ ਨੇ। ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦਾ ਹੈਲੀਕਾਪਟਰ ਤਾਮਿਲਨਾਡੂ ਦੇ ਕਨੂਰ ਦੇ ਵਿੱਚ ਦੁਰਘਟਨਾਗ੍ਰਸਤ ਹੋਇਆ ਸੀ। ਹਾਦਸੇ ਦੀ ਖਬਰ ਨੇ ਸਾਰੇ ਦੇਸ਼ ਨੂੰ ਸੁੰਨ ਕਰਕੇ ਰੱਖ ਦਿੱਤਾ ਸੀ। ਹੈਲੀਕਾਪਟਰ ਦੇ ਵਿੱਚ ਕੁੱਲ 14 ਲੋਕ ਸਵਾਰ ਸਨ, ਜਿਨ੍ਹਾਂ ਦੇ ਵਿੱਚ ਬਿਪਿਨ ਰਾਵਤ ਅਤੇ ਉਹਨਾਂ ਦੀ ਪਤਨੀ ਸਮੇਤ 13 ਲੋਕਾਂ ਦੀ ਮੌਤ ਹੋ ਗਈ ਸੀ। ਜਨਰਲ ਬਿਪਿਨ ਰਾਵਤ ਚੀਫ ਆਫ ਡਿਫੈਂਸ ਸਟਾਫ ਸਨ। ਆਖਿਰ ਸਭ ਤੋਂ ਵੱਡੇ ਅਹੁਦੇ ਦਾ ਕੰਮ ਕੀ ਹੁੰਦਾ ਹੈ, ਉਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ। 1 ਜਨਵਰੀ 2020 ਨੂੰ ਬਿਪਿਨ ਰਾਵਤ ਭਾਰਤ ਦੇ ਪਹਿਲੇ CDS ਬਣੇ। CDS ਫੌਜ ਦੇ ਤਿੰਨੋਂ ਅੰਗਾਂ ਦੇ ਮਾਮਲੇ ਦੇ ਵਿੱਚ ਰੱਖਿਆ ਮੰਤਰੀ ਦੇ ਪ੍ਰਮੁੱਖ ਫੌਜੀ ਸਲਾਹਕਾਰ ਦੇ ਰੂਪ ਵਿੱਚ ਕੰਮ ਕਰਦੇ ਸੀ। CDS ਰੱਖਿਆ ਮੰਤਰੀ ਦੀ ਅਗਵਾਈ ਵਾਲੀ ਡਿਫੈਂਸ ਐਕੁਜੀਸ਼ਨ ਕਾਉਂਸਲ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਅਗਵਾਈ ਵਾਲੀ ਰੱਖਿਆ ਨਿਯੋਜਨ ਕਮੇਟੀ ਦਾ ਮੈਂਬਰ ਹੁੰਦਾ ਹੈ। ਇਸ ਤੋਂ ਇਲਾਵਾ ਪਰਮਾਣੂ ਕਮਾਂਡ ਅਥਾਰਟੀ ਦੇ ਫੌਜੀ ਸਲਾਹਕਾਰ ਵਜੋਂ ਵੀ ਕੰਮ ਕਰਦਾ ਹੈ। CDS ਦਾ ਕੰਮ ਫੌਜ ਦੇ ਤਿੰਨੋਂ ਵਿੰਗਾਂ ਵਿਚਕਾਰ ਲੰਬੇ ਸਮੇਂ ਦੀ ਯੋਜਨਾਬੰਦੀ, ਸਿਖਲਾਈ, ਖਰੀਦ ਅਤੇ ਆਵਾਜਾਈ ਦੇ ਕੰਮਾਂ ਲਈ ਕੋਆਰਡੀਨੇਟਰ ਵਜੋਂ ਕੰਮ ਕਰਨਾ ਹੈ। CDS ਨੂੰ ਸਾਈਬਰ ਅਤੇ ਸਪੇਸ ਕਮਾਂਡ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ। CDS ਦਾ ਸਭ ਤੋਂ ਮਹੱਤਵਪੂਰਨ ਕੰਮ ਰੱਖਿਆ ਮੰਤਰਾਲੇ ਦੇ ਅਧੀਨ ਨਵੇਂ ਡਿਪਾਰਟਮੈਂਟ ਆਫ ਮਿਲਟਰੀ ਅਫੇਅਰਜ਼ ਦੇ ਸਕੱਤਰ ਵਜੋਂ ਕੰਮ ਕਰਨਾ ਹੈ। ਇਹ ਪੋਸਟ ਫੌਜ ਦੇ 3 ਹਿੱਸਿਆਂ ਨੂੰ ਤਾਲਮੇਲ ਕਰਨ ਅਤੇ ਤਿੰਨਾਂ ਨੂੰ ਇੱਕ ਕਮਾਂਡ ਤੇ ਸਰਗਰਮ ਕਰਨ ਲਈ ਬਣਾਈ ਗਈ। 1999 ਦੀ ਕਾਰਗਿਲ ਜੰਗ ਤੋਂ ਬਾਅਦ ਵੀ ਭਾਰਤ ਦੇ ਵਿੱਚ ਚੀਫ ਆਫ ਡਿਫੈਂਸ ਸਟਾਫ ਦਾ ਅਹੁਦਾ ਬਣਾਉਣ ਦੀ ਪਹਿਲ ਕੀਤੀ ਗਈ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਚੀਫ ਆਫ ਡਿਫੈਂਸ ਸਟਾਫ ਦਾ ਅਹੁਦਾ ਥਲ ਸੈਨਾ ਦੇ ਤਿੰਨੋਂ ਮੁਖੀਆਂ ਤੋਂ ਉੱਪਰ ਹੋਵੇਗਾ। ਉਹ 65 ਸਾਲ ਦੀ ਉਮਰ ਤੱਕ ਆਪਣੇ ਅਹੁਦੇ ਤੇ ਸੇਵਾ ਕਰ ਸਕਣਗੇ। ਜਨਰਲ ਬਿਪਿਨ ਰਾਵਤ CDS ਵਜੋਂ ਫੌਜੀ ਮਾਮਲਿਆਂ ਦੇ ਵਿਭਾਗ ਦੇ ਮੁਖੀ ਵੀ ਸਨ। CDS ਦਾ ਕੰਮ ਤਿੰਨੋਂ ਫੌਜੀ ਸੇਵਾਵਾਂ ਲਈ ਪ੍ਰਸ਼ਾਸਨਿਕ ਕੰਮ ਦੀ ਦੇਖ-ਰੇਖ ਕਰਨਾ। ਦੇਸ਼ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ, ਸੰਗਠਨਾਂ ਅਤੇ ਸਾਈਬਰ ਆਪਰੇਸ਼ਨਾਂ ਦੀ ਕਮਾਂਡ CDS ਦੁਆਰਾ ਕੀਤੀ ਜਾਂਦੀ ਹੈ। ਜਨਰਲ ਰਾਵਤ ਆਪਣੇ ਫੈਸਲਿਆਂ ਦੇ ਲਈ ਵੀ ਜਾਣੇ ਜਾਂਦੇ ਸਨ। ਉਹਨਾਂ ਆਪਣੇ ਜੀਵਨ ਦੇ ਵਿੱਚ ਅਜਿਹੇ ਕਈ ਫੈਸਲੇ ਲਏ ਜਿਨ੍ਹਾਂ ਤੇ ਉਹ ਡਟੇ ਰਹੇ। 1987 ਵਿੱਚ ਚੀਨ ਦੇ ਨਾਲ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸਰਹੱਦ ਤੇ ਗਤੀਰੋਧ ਵਿੱਚ ਆਪਣੀ ਬਟਾਲੀਅਨ ਨਾਲ ਡਟੇ ਰਹੇ। 2008 ਦੇ ਵਿੱਚ ਰਿਪਬਲਿਕ ਆਫ ਕਾਂਗੋ ਦੇ ਵਿੱਚ ਕਠੋਰ ਕਾਰਵਾਈ ਦੇ ਨਾਲ UN ਪੀਸ ਕੀਪਿੰਗ ਮਿਸ਼ਨ ਨੂੰ ਸਫਲ ਬਣਾਇਆ। 2015 ਵਿੱਚ ਉੱਤਰੀ ਪੂਰਬੀ ਰਾਜਾਂ ਵਿੱਚ ਮਿਆਂਮਾਰ ਵਿੱਚ ਲੁਕੇ ਹੋਏ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ। 2016 ਵਿੱਚ ਉੜੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਸਰਜੀਕਲ ਸਟ੍ਰਾਈਕ ਕਰਨ ਦੇ ਫੈਸਲੇ ਦੇ ਵਿੱਚ ਅਹਿਮ ਭੂਮਿਕਾ ਰਹੀ। 2017 ਵਿੱਚ ਭੂਟਾਨ ਦੀ ਸਰਹੱਦ ਤੇ ਡੋਕਲਾਂ 'ਚ 73 ਦਿਨਾਂ ਤੱਕ ਭਾਰਤੀ ਫੌਜ ਤੋਂ ਚੀਨ ਨੂੰ ਚੁਣੌਤੀ ਦਿਵਾਉਣਾ। 2020 ਦੇ ਵਿੱਚ ਪੂਰਬੀ ਲਦਾਖ ਦੀ ਗਲਵਾਨ ਘਾਟੀ ਵਿੱਚ ਹਮਲੇ ਤੋਂ ਬਾਅਦ ਚੀਨ ਨੂੰ ਸਰਹੱਦ ਤੇ ਲਗਾਤਾਰ ਚੁਣੌਤੀ ਦੇਣਾ। ਆਪਣੇ ਕੈਰੀਅਰ ਦੇ ਵਿੱਚ ਬਿਪਿਨ ਰਾਵਤ ਕਈ ਅਹੁਦਿਆਂ ਤੇ ਵੀ ਤੈਨਾਤ ਰਹੇ। ਬ੍ਰਿਗੇਡ ਕਮਾਂਡਰ, ਜਨਰਲ ਅਫਸਰ ਕਮਾਂਡਿੰਗ ਇਨ ਚੀਫ ਸਦਰਨ ਕਮਾਂਡ, ਜਨਰਲ ਸਟਾਫ ਆਫਿਸਰ ਗ੍ਰੇਡ 2, ਮਿਲਟਰੀ ਆਪਰੇਸ਼ਨਜ਼ ਡਾਇਰੈਕਟੋਰੇਟ, ਕਰਨਲ ਮਿਲਟਰੀ ਸੈਕਟਰੀ ਐਂਡ ਡਿਪਟੀ ਮਿਲਟਰੀ ਸਕੱਤਰ, ਸੀਨੀਅਰ ਇੰਸਟ੍ਰਕਟਰ ਇਨ ਜੂਨੀਅਰ ਕਮਾਂਡ ਵਿੰਗ, ਕਮਾਂਡਰ ਯੂਨਾਈਟਿਡ ਨੇਸ਼ਨਜ਼ ਪੀਸ ਕੀਪਿੰਗ ਫੋਰਸ, ਮਲਟੀਨੈਸ਼ਨਲ ਬ੍ਰਿਗੇਡ, ਵਾਈਸ ਚੀਫ ਆਫ ਆਰਮੀ ਸਟਾਫ, ਆਰਮੀ ਚੀਫ, ਚੀਫ ਆਫ ਡਿਫੈਂਸ ਸਟਾਫ। CDS ਬਿਪਿਨ ਰਾਵਤ ਨੂੰ ਚੰਗੇ ਕੰਮ ਕਰਨ ਦਾ ਸਨਮਾਨ ਵੀ ਮਿਲਿਆ, ਯਾਨੀ ਬਹੁਤ ਸਾਰੇ ਮੈਡਲਾਂ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪਰਮ ਵਿਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਅਤੀ ਵਿਸ਼ਿਸ਼ਟ ਸੇਵਾ ਮੈਡਲ, ਯੁੱਧ ਸੇਵਾ ਮੈਡਲ, ਸੈਨਾ ਮੈਡਲ। ਬਿਪਿਨ ਰਾਵਤ ਦੀ ਮੌਤ ਤੋਂ ਬਾਅਦ ਅੱਜ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਹੈ। ਬਿਪਿਨ ਰਾਵਤ ਦੇ ਸਾਥੀ ਰਹੇ ਲੈਫਟੀਨੈਂਟ ਜਨਰਲ ਰਾਕੇਸ਼ शर्मा रिटायर्ड ने कुछ यादां साझियां कीतियां ने। देखिए 1974 में हम लोग इकट्ठे नेशनल डिफेंस एकेडमी खड़गवासला पूना में गए थे और वो जो 3 साल वहां पर हम लोग इकट्ठे रहे। हालांकि हम अलग अलग स्क्वाड्रन में थे लेकिन मिलते रहते थे। वहां पर मेरी जो यादें हैं, क्योंकि हम लोग एक जो कोर्स होता है हमेशा ट्रेनिंग भी इकट्ठी करता है, बातें भी करता है, कैंप में भी जाता है, लड़ता झगड़ता भी है। तो उनको मैं एक गोरा चिट्टा छोटा सा प्यारा एक पहाड़ी जो जिसके बीच में एक जोशो जुनून था, उनको वो देखता था। हर बात के लिए अग्रिम रहने की कोशिश होती थी उसकी। और वो
मैं ये कहूँगा उसमें एक पहले से ही एक जो जोश था वो हमने नोट किया, लेकिन उस जोश में भी कभी उसने ये नहीं जाहिर किया या कभी शायद उसके मन में भी नहीं था कि मैं जनरल बनना चाहता हूँ। उनमें सिर्फ यही दिल था कि पहले ट्रेनिंग को उम्दा तरीके से पार करें। तो बड़ी टफ ट्रेनिंग होती थी हमारी, कांटों पे भी हमको फ्रंट रोलिंग कराई जाती थी। तो वो था, और वो लम्हे मुझे याद है जबकि जब उनको एक छोटा सा सेटबैक हो गया था, मेडिकल रीजन के कारण उनको छोटा एक स्टेप पीछे लेना पड़ा था। तो कोई भी टूट जाता, जब उनसे मिले तो उसने मतलब हम सांत्वना नहीं देते थे, हम वो नहीं बोलते थे, लेकिन वो बोलता था और कुछ भी नहीं हुआ यार, देख लेंगे। और उन्होंने उसको अपने आप को एक डिमोटिवेट नहीं होने दिया और इतनी कड़ी मेहनत की कि एक कदम को 4 कदम आगे किया और सबसे आगे निकल गया। वो सबसे आगे निकल गया और आईएमए में सबसे बेस्ट जो अफसर बनता है सोर्ड ऑफ ऑनर लेके वो बना। तो मुझे वो पहले छोटे होने की उनकी जो बातें याद हैं। उसके बाद में हम लोग और भी जगह में सर्विस किए हैं और उसके बीच में भी उनकी चंद एक यादें हैं जो हम साथ में थी। और जब वो अपनी बटालियन के बीच में गए तो अपने जवानों के साथ में वो ऐसे घुल मिल गए। वो गुरखा राइफल्स के गुरखा जो सोल्जर होते हैं वो एक सीधे सिंपल और जो उनको एक एम दे दिया जाता है उस पर फोकस रखते हैं। शायद वही मानसिकता उनके दिमाग में भी ऐसी थी, जो मेरा एम है मैं फोकस रखूंगा और मेरे लिए सबसे पहला धर्म है जो मेरे सोल्जर्स हैं, जो मेरे ट्रुप्स हैं, मेरे जवान हैं, उनकी देखभाल करना। और बड़े प्यारे थे वो अपने साथियों को, अपने जवानों को, और उनके साथ में खाना पीना खेलना सब कुछ वो एक मिलजुल के रहते थे। बड़े कंपैशनेट थे, हर चीज उनकी बातें सुनते थे, हर एक को मदद करने के लिए रहते थे। जो उनके एक्स सीओ या उनके जो बटालियन अफसर है वो कहते थे कि वो हमेशा वेलफेयर की भी सोचते थे, लेकिन बड़े टफ मास्टर थे और वो बोल्ड थे इन हर चीज मामलों के बीच में। और उन्होंने जो उनकी एक इंप्रेशन बनाई हुई थी कि एक साफ दिल, स्ट्रेट फॉरवर्ड बट मीनिंग बिजनेस वाला वो थे। और उनके अफसर कहते थे कि इस अफसर के बीच में गो है, इनमें एक वो क्या बोलते हैं वाइब्रेंसी है, ये कुछ जरूर करेगा। और देखो उन्होंने क्या किया, उन्होंने देश के एक चीफ ऑफ आर्मी स्टाफ बने, उसके बाद में सीडीएस बने और सीडीएस बन के उन्होंने पाकिस्तान और चाइना दोनों को शायद कुछ ऐसा डरा के रखा हुआ था, यानी कि ऐसा उन्होंने हमारे देश की काबिलियत को बढ़ा के रखा था। तो मैं ये कहूंगा ये बहुत ही कम ऐसे इंसान होते हैं जो कर पाते हैं। और कई किस्से हैं, लेकिन मैं ये कहूंगा कि यस, मैंने बहुत बड़ा दोस्त खो दिया और बहुत बड़ा देश को ये क्षति है और नुकसान है। 8 ਦਸੰਬਰ ਨੂੰ ਦੇਸ਼ ਦੇ ਲਈ ਇੱਕ ਵੱਡੀ ਦੁਰਘਟਨਾ ਦਾ ਦਿਨ ਸਾਬਤ ਹੋਇਆ। ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ ਮੌਤ ਦੀ ਖਬਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਸਵਾਲ ਉੱਠਦਾ ਕਿ ਖਾਲੀ ਹੋਏ ਇਸ ਅਹੁਦੇ ਦਾ ਦਾਅਵੇਦਾਰ ਕੌਣ ਹੋਵੇਗਾ? ਦੇਸ਼ ਦੀ ਸੁਰੱਖਿਆ ਦੀ ਅਹਿਮ ਜ਼ਿੰਮੇਵਾਰੀ ਹੁਣ ਕਿਸ ਦੇ ਮੋਢਿਆਂ ਤੇ ਹੋਵੇਗੀ? ਬਿਪਿਨ ਰਾਵਤ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਮੀਟਿੰਗ ਦੀ ਬੈਠਕ ਕੀਤੀ। ਇਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਕਮੇਟੀ ਦੇ ਮੈਂਬਰ ਸ਼ਾਮਿਲ ਹੋਏ। ਮੀਟਿੰਗ ਵਿੱਚ ਬਿਪਿਨ ਰਾਵਤ ਦੀ ਥਾਂ ਤੇ ਨਵੇਂ ਸੀਡੀਐਸ ਦੇ ਨਾਮ ਤੇ ਚਰਚਾ ਹੋਈ। ਸੀਨੀਅਰਟੀ ਦੇ ਹਿਸਾਬ ਦੇ ਨਾਲ ਐਮਐਸ ਨਰਵਣੇ ਦੀ ਦਾਅਵੇਦਾਰੀ ਸਭ ਤੋਂ ਮਜ਼ਬੂਤ ਦਿਖ ਰਹੀ ਹੈ। पंजाब और पंजाबियत की परछाई अब देखें एबीपी सांझा टाटा स्काई चैनल नंबर 1929 पर। एबीपी सांझा देखने के लिए अपने केबल ऑपरेटर से अभी संपर्क करें। एबीपी सांझा, जोश, जज्बा, जुनून।